ਚੇਤ ਗੋਬਿੰਦ ਆਰਾਧੀਏ ਹੋਵੇ ਆਨੰਦ ਘਣਾ। ਸੰਤ ਜਨਾ ਮਿਲ ਪਾਈਏ ਰਸਨਾ ਨਾਮ ਭਨਾ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ। ਇੱਕ ਖਿਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ। ਨਵੇਂ ਸਾਲ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ। ਅੱਜ ਮੂਲ ਨਾਨਕਸ਼ਾਹੀ ਅਨੁਸਾਰ ਖਾਲਸੇ ਦਾ ਨਵਾਂ ਸਾਲ ਹੈ ਔਰ ਅੱਜ ਪਹਿਲਾ ਦਿਨ ਹੈ। ਚੇਤ ਦੀ ਜਿਹੜੀ ਸਿੱਖਿਆ ਹੈ, ਇਸ ਸਿੱਖਿਆ ਦੇ ਪਰਥਾਏ ਕੁਝ ਗੁਰਮਤਿ ਵਿਚਾਰਾਂ ਦੀ ਸਾਂਝ ਜਿਹੜੀ ਹੈ ਅਤੀ ਸਨਮਾਨਯੋਗ ਇੱਥੋਂ ਦੇ ਮੁੱਖ ਗ੍ਰੰਥੀ ਗਿਆਨੀ ਮਾਨ ਸਿੰਘ ਜੀ ਪਾਉਣਗੇ। ਆਓ ਬੜੇ ਅਦਬ ਸਤਿਕਾਰ ਦੇ ਨਾਲ ਮੈਂ ਬੇਨਤੀ ਕਰਦਾ ਭਾਈ ਸਾਹਿਬ ਜੀ ਨੂੰ ਕਿ ਉਹ ਸਟੇਜ ਤੇ ਆਉਣ ਔਰ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ। ਆਓ ਸੰਗਤ ਅਸੀਸ ਦਿਓ। ਮਹਾਰਾਜ ਜੀ ਤੰਦਰੁਸਤੀ ਦੀ ਦਾਤ ਔਰ ਪੰਥ ਦੀ ਸੇਵਾ ਭਾਈ ਸਾਹਿਬ ਜੀ ਦੀ ਝੋਲੀ ਵਿੱਚ ਪਾਉਣ। ਧੰਨਵਾਦ ਹੈ ਭਾਈ ਜਤਿੰਦਰ ਸਿੰਘ ਜੀ ਖਾਲਸਾ ਜੀ ਦਾ, ਜੋ ਸ੍ਰੀ ਅੰਮ੍ਰਿਤਸਰ ਵਾਲੇ ਕੀਰਤਨੀਆਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਜਿਹੜਾ ਹੈ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਔਰ ਭਾਈ ਲਛਮਣ ਸਿੰਘ ਜੀ ਧਾਰੋਵਾਲੀ ਦੇ ਨਾਲ ਇਹ ਸਿੰਘ 100 ਸਾਲ ਪਹਿਲਾਂ ਨਨਕਾਣਾ ਸਾਹਿਬ ਸ਼ਹੀਦ ਹੋਏ ਸਨ, ਜਿਨ੍ਹਾਂ ਨੂੰ ਕੀਮਾ ਕੀਮਾ ਕਰਕੇ ਜਿਹੜਾ ਸੀਗਾ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਦੇ ਮਹਾਵਾਕਾ ਅਨੁਸਾਰ ਆਪ ਜੀ ਨੇ ਉਸ ਮਹੰਤ ਨਰੈਣੂ ਜਿਹੜਾ ਸੀਗਾ, ਜਿਹੜਾ ਕੁਕਰਮ ਕਰਦਾ ਸੀਗਾ, ਉਸ ਮਹੰਤ ਨਰੈਣੂ ਦੇ ਕੀਤੇ ਹੋਏ ਮਾੜੇ ਕਰਮਾਂ ਨੂੰ ਆਪਣੇ ਖੂਨ ਨਾਲ ਧੋ ਦਿੱਤਾ। ਸੋ 100 ਸਾਲਾ ਜਿਹੜਾ ਨਨਕਾਣਾ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਜਿਹੜੀ ਹੈ ਉਹ ਮਨਾਈ ਜਾ ਰਹੀ ਹੈ ਔਰ ਸਿੰਘ ਸਾਹਿਬ ਵੱਲੋਂ ਆਦੇਸ਼ ਹੈ ਕਿ ਹਰ ਪ੍ਰੋਗਰਾਮ ਦੇ ਵਿੱਚ ਜਿਹੜਾ ਇਹ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਵਿਚਾਰ ਕੀਤੀ ਜਾਵੇ। ਸੋ ਆਓ ਇੱਕ ਜਕਾਰਾ ਸਾਰੀ ਸੰਗਤ ਗੱਜ ਕੇ ਲਗਾਇਓ। ਅਸੀਸ ਮਾਤਰ ਬੋਲੇ ਸੋ ਨਿਹਾਲ। ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰਿ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਚੇਤ ਗੋਬਿੰਦ ਆਰਾਧੀਐ, ਹੋਵੇ ਆਨੰਦ ਕਣਾ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਭਣਾ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਭਣਾ। ਜੁਗੋ ਜੁਗ ਅਟਲ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਜਾਬੀ ਯੁਵਾ ਸੰਮਤੀ ਬਿਲਾਸਪੁਰ ਸਮੂਹ ਸਾਧ ਸੰਗਤ ਵੱਲੋਂ ਮਿਲ ਕਰਕੇ 9ਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਅਲੌਕਿਕ ਕਥਾ ਕੀਰਤਨ ਸਮਾਗਮ ਦੇ ਹਾਜ਼ਰੀ ਭਰ ਰਹੇ ਗੁਰੂ ਪਿਆਰੇ, ਗੁਰੂ ਸਵਾਰੇ ਸਤ ਸੰਗੀ ਜਨੋ, ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਰੇ ਹੀ ਰਲ ਮਿਲ ਕਰਕੇ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲਾ
ਜੋ ਬੜਾ ਬਤੀਤ ਹੋਇਆ ਹੈ, ਸੁਖ ਆਨੰਦ ਚੜ੍ਹਦੀ ਕਲਾ ਦੇ ਨਾਲ ਬਤੀਤ ਹੋਇਆ ਹੈ। ਨਵਾਂ 553ਵਾਂ ਨਾਨਕ ਸ਼ਾਹੀ ਸੰਮਤ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ 12 ਮਾਹਾਂ ਦੇ ਅਨੁਸਾਰ ਅੱਜ ਆਰੰਭ ਹੋਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਨੂੰ ਮੁੱਖ ਰੱਖਦਿਆਂ ਜਿੱਥੇ ਅਸੀਂ ਇਸ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ, ਉੱਥੇ ਉਸ ਬਾਣੀ ਦੀ ਵਿਚਾਰ ਕਰੀਏ ਜਿਸ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਕਿਰਪਾ ਬਖਸ਼ਿਸ਼ ਕੀਤੀ ਹੈ ਕਿ ਪੜਾਅ ਦਰ ਪੜਾਅ ਹਰ ਮਹੀਨੇ ਦੇ ਨਾਮ ਦੇ ਅਨੁਸਾਰੀ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਬਦ ਦੀ ਰਚਨਾ ਕਰਕੇ ਸਾਨੂੰ ਮਨੁੱਖਾ ਜਨਮ ਨੂੰ ਸਵਾਰਨ ਦਾ ਜੋ ਉਪਦੇਸ਼, ਜੋ ਸੰਦੇਸ਼ ਦਿੱਤਾ ਹੈ, ਉਸ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਚੇਤ ਗੋਬਿੰਦ ਅਰਾਧਿਐ ਹੋਵੈ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਬਸੰਤ ਰੁੱਤ ਚੱਲ ਰਹੀ ਹੈ, ਹਰ ਪਾਸੇ ਹਰਿਆਵਲ ਹੀ ਹਰਿਆਵਲ ਹੋ ਰਹੀ ਹੈ, ਫੁੱਲਾਂ ਦੇ ਵਿੱਚ ਖਿੜਾਓ ਆ ਰਿਹਾ ਹੈ, ਤੇ ਜਿੱਥੇ ਬਾਹਰੀ ਤੌਰ ਤੇ ਖਿੜਾਓ ਹੈ ਉੱਥੇ ਸਾਡੇ ਮਨਾਂ ਦੇ ਅੰਦਰ, ਸਾਡੇ ਹਿਰਦੇ ਦੇ ਅੰਦਰ ਵੀ ਖਿੜਾਓ ਆਵੇ। ਉਸ ਦੇ ਵਾਸਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਭਾਈ ਜੇ ਖਿੜਾਓ ਚਾਹੁੰਦਾ ਹੈ ਤਾਂ ਫਿਰ ਚੇਤ ਗੋਬਿੰਦ ਅਰਾਧਿਐ ਹੋਵੈ ਆਨੰਦ ਘਣਾ, ਫਿਰ ਪ੍ਰਮਾਤਮਾ ਦਾ ਨਾਮ ਅਰਾਧਨਾ ਕਰ, ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਕਰ, ਪ੍ਰਮਾਤਮਾ ਦੇ ਗੁਣ ਗਾ, ਤੇ ਜਿਸ ਦੇ ਨਾਲ ਤੇਰੇ ਹਿਰਦੇ ਦੇ ਅੰਦਰ ਆਨੰਦ ਪੈਦਾ ਹੋਵੇਗਾ, ਤੇਰੇ ਹਿਰਦੇ ਦੇ ਅੰਦਰ ਸੁੱਖ ਪੈਦਾ ਹੋਵੇਗਾ। ਤੇ ਇਸ ਆਨੰਦ ਦੀ ਪ੍ਰਾਪਤੀ ਦੇ ਵਾਸਤੇ ਨਾਲ ਹੀ ਸਤਿਗੁਰੂ ਜੀ ਸਾਨੂੰ ਰਸਤਾ ਵੀ ਦ੍ਰਿੜ ਕਰਾਉਂਦੇ ਹਨ ਕਿ ਨਾਮ ਜੇ ਜਪਣਾ ਹੈ ਤੇ ਸਾਨੂੰ ਪ੍ਰਾਪਤੀ ਕਿੱਥੋਂ ਹੋਵੇਗੀ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਸੰਤ ਜਨਾਂ ਦੀ ਸੰਗਤ ਭਾਵ ਪੂਰੇ ਗੁਰੂ ਦੀ ਸੰਗਤ, ਜਿਸ ਦੇ ਬਾਬਤ ਸਤਿਗੁਰੂ ਜੀ ਦਾ ਉਪਦੇਸ਼ ਹੈ, ਗੁਰੂ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰੂ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਕਿ ਗੁਰੂ ਤੋਂ ਬਿਨਾ ਸਾਡਾ ਪਾਰ ਉਤਾਰਾ ਕਰਨ ਵਾਲਾ, ਗੁਰੂ ਤੋਂ ਬਿਨਾ ਸਾਨੂੰ ਮਾਰਗ ਦ੍ਰਿੜ ਕਰਵਾਉਣ ਵਾਲਾ ਕੋਈ ਦੂਸਰਾ ਨਹੀਂ ਹੈ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਸਾਨੂੰ ਇਹ ਉਪਦੇਸ਼ ਕਰ ਰਹੇ ਹਨ ਕਿ ਭਾਈ ਜੇ ਪ੍ਰਮਾਤਮਾ ਦੇ ਨਾਮ ਦੇ ਨਾਲ ਸਾਂਝ ਬਣਾਉਣੀ ਹੈ, ਜੇ ਆਤਮਿਕ ਆਨੰਦ ਦੀ ਪ੍ਰਾਪਤੀ ਕਰਨੀ ਹੈ, ਤੇ ਫਿਰ ਤੂੰ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਜਾ, ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਸਤ ਸੰਗਤ ਦੇ ਵਿੱਚ ਬੈਠ ਕੇ ਰਸਨਾ ਨਾਮ ਭਣਾ, ਆਪਣੀ ਰਸਨਾ ਦੇ ਨਾਲ, ਆਪਣੀ ਜ਼ੁਬਾਨ ਦੇ ਨਾਲ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਗੁਣ ਗਾਉਣੇ ਕਰ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਹਨ, ਸਮਝਾਉਂਦੇ ਹਨ ਕਿ ਭਾਈ ਇਹ ਜੋ ਮਨੁੱਖਾ ਦੇਹੀ ਸਾਨੂੰ ਪ੍ਰਾਪਤ ਹੋਈ ਹੈ, ਇਹ ਨਾਮ ਜਪਣ ਦੇ ਵਾਸਤੇ ਹੀ ਪ੍ਰਾਪਤ ਹੋਈ ਹੈ। ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੈਨੂੰ ਇਹ ਮਨੁੱਖਾ ਦੇਹੀ ਜਿਹੜੀ ਮਿਲੀ ਹੈ ਪਰਮਾਤਮਾ ਦੀ ਵਡਿਆਈ ਕਰਨ ਦੇ ਵਾਸਤੇ, ਸਿਫਤ ਸਲਾਹ ਕਰਨ ਦੇ ਵਾਸਤੇ ਮਿਲੀ ਹੈ। ਜੇ ਨਾਮ ਨੂੰ ਛੱਡ ਕੇ ਦੁਨਿਆਵੀ ਜਿੱਡੇ ਮਰਜ਼ੀ ਤੂੰ ਕਾਰਜ ਕਰਦਾ ਰਹਿ, ਜਿੱਡੇ ਮਰਜ਼ੀ ਦਿਖਾਵੇ ਦੇ ਕਰਮ ਕਰ ਲੈ, ਦਾਨ ਪੁੰਨ ਕਰ ਲੈ, ਪਰ ਜੇ ਤੂੰ ਨਾਮ ਨਹੀਂ ਜਪੇਗਾ ਤੇ ਤੇਰੇ ਕੀਤੇ ਹੋਏ ਇਹ ਦਾਨ ਪੁੰਨ, ਦਿਖਾਵੇ ਦੇ ਧਾਰਮਿਕ ਕਰਮ ਤੇਰੇ ਕਿਸੇ ਕਰਮ ਵੀ ਨਹੀਂ ਆਉਣ ਵਾਲੇ। ਅਵਰ ਕਾਜ ਤੇਰੇ ਕਿਤੇ ਨਾ ਕਾਮ। ਤੇ ਜੇ ਇਹਨਾਂ ਦਾ ਸੁੱਖ ਭੋਗਣਾ ਹੈ, ਜੇ ਆਤਮਿਕ ਆਨੰਦ ਦੀ ਪ੍ਰਾਪਤੀ ਕਰਨੀ ਹੈ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਦੇ ਵਿੱਚ ਜੁੜ ਬੈਠ, ਗੁਰੂ ਦੀ ਸ਼ਰਨ ਦੇ ਵਿੱਚ ਆ ਜਾ, ਤੇ ਆ ਕੇ ਕਰਨਾ ਕੀ ਹੈ? ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ, ਪਰਮਾਤਮਾ ਦੇ ਗੁਣ ਗਾਉਣੇ ਹਨ, ਨਾਮ ਜਪਣਾ ਹੈ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਵੀ ਕਿਰਪਾ ਕਰਦੇ ਹਨ ਪਾਵਨ ਬਾਣੀ ਦੇ ਅੰਦਰ ਸਾਨੂੰ ਸਮਝਾਉਣ ਦੇ ਵਾਸਤੇ। ਨਿਰੰਕਾਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਾਡੀ
ਸੁਰਤ ਨੂੰ ਜੋੜਨ ਦੇ ਵਾਸਤੇ, ਸਾਡੇ ਜੀਵਨ ਨੂੰ ਨਿਰਮਲ ਕਰਨ ਦੇ ਵਾਸਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੀ ਸਾਨੂੰ ਸਮਝਾਉਂਦੇ ਹੋਏ ਉਪਦੇਸ਼ ਦਿੰਦੇ ਹਨ ਰਾਗ ਜੈਜਾਵੰਤੀ ਦੇ ਅੰਦਰ ਕਿ ਬੀਤ ਜੈ ਹੈ ਜਨਮ ਅਕਾਜ ਰੇ, ਨਿਸ ਦਿਨ ਸੁਨ ਕੈ ਪੁਰਾਨ ਸਮਝਤ ਨਹਿ ਰੇ ਅਜਾਨ। ਕਿ ਤੂੰ ਨਿਤ ਦਿਨ ਧਾਰਮਿਕ ਗ੍ਰੰਥਾਂ ਦੀਆਂ ਕਥਾ ਕਹਾਣੀਆਂ ਸੁਣਦਾ ਹੈ, ਫਿਰ ਵੀ ਤੂੰ ਅਜਾਣਪੁਣਾ ਦਿਖਾ ਰਿਹਾ ਹੈ, ਨਿਆਣਾਪਨ ਦਿਖਾ ਰਿਹਾ ਹੈ, ਤੂੰ ਇਸ ਗੱਲ ਨੂੰ ਸਮਝਦਾ ਨਹੀਂ ਹੈ। ਅਨੇਕਾਂ ਜਨਮਾਂ ਦੀ ਸਾਡੀ ਪਰਮਾਤਮਾ ਤੋਂ ਜਿਹੜੀ ਟੁੱਟੀ ਹੋਈ ਸੁਰਤ ਹੈ, ਪਰਮਾਤਮਾ ਤੋਂ ਜਿਹੜਾ ਸਾਡਾ ਵਿਛੋੜਾ ਪਿਆ ਹੋਇਆ ਹੈ, ਉਸ ਨੂੰ ਪਰਮਾਤਮਾ ਦੇ ਨਾਲ ਗੰਢਣ ਦਾ, ਪਰਮਾਤਮਾ ਦੇ ਨਾਲ ਜੋੜਨ ਦਾ ਇਹ ਸਾਨੂੰ ਮਨੁੱਖਾ ਸਮਾਂ ਪ੍ਰਾਪਤ ਹੋਇਆ ਹੈ। ਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਜੇ ਤੂੰ ਪਰਮਾਤਮਾ ਦਾ ਨਾਮ ਨਾ ਜਪਿਆ, ਪਰਮਾਤਮਾ ਦੀ ਸਿਫਤ ਸਲਾਹ ਨਾ ਕੀਤੀ, ਫਿਰ ਭਾਵੇਂ ਜਿੰਨੇ ਮਰਜ਼ੀ ਧਰਮ ਕਰਮ ਕਰ ਲੈ, ਭਾਵੇਂ ਜਿੰਨੇ ਮਰਜ਼ੀ ਦਾਨ ਪੁੰਨ ਕਰ ਲੈ, ਤੇਰਾ ਇਹ ਮਨੁੱਖਾ ਜਨਮ ਵੀ ਬੀਤ ਜੈ ਹੈ ਜਨਮ ਅਕਾਜ ਰੇ। ਅਕਾਜ ਭਾਵ ਕਿਸੇ ਵੀ ਕਾਰਜ ਦੇ ਵਿੱਚ ਉਹ ਮਨੁੱਖਾ ਜਨਮ ਨਹੀਂ ਆਇਆ, ਤੇ ਤੇਰਾ ਇਹ ਮਨੁੱਖਾ ਜਨਮ ਪਰਮਾਤਮਾ ਦੀ ਭਗਤੀ ਤੋਂ ਬਿਨਾ ਇਸੇ ਤਰ੍ਹਾਂ ਹੀ ਵਿਅਰਥ ਬਤੀਤ ਹੋ ਜਾਵੇਗਾ। ਤੂੰ ਨਿਤ ਕਥਾ ਕਹਾਣੀਆਂ ਵੀ ਸੁਣਦਾ ਹੈ, ਗ੍ਰੰਥ ਵੀ ਪੜ੍ਹਦਾ ਹੈ, ਪਰ ਫਿਰ ਵੀ ਸਮਝਦਾ ਨਹੀਂ ਹੈ। ਕਾਲ ਤੋਂ ਪਹੁੰਚਿਓ ਆਨ ਕਹਾਂ ਜਹੈ ਭਾਜ ਰਹੇ। ਜਦੋਂ ਤੇਰਾ ਅੰਤ ਵੇਲਾ ਆ ਜਾਣਾ ਹੈ, ਜਦੋਂ ਜਮਾਂ ਨੇ ਆ ਕੇ ਤੇਰੀ ਧੌਣ ਮਰੋੜਨੀ ਹੈ, ਆ ਕੇ ਤੈਨੂੰ ਇਸ ਸੰਸਾਰ ਤੋਂ ਲੈ ਜਾਣਾ ਹੈ, ਫਿਰ ਤੂੰ ਉਹਨਾਂ ਦੇ ਕੋਲੋਂ ਭੱਜ ਵੀ ਨਹੀਂ ਸਕਣਾ, ਉਹਨਾਂ ਦੇ ਕੋਲੋਂ ਤੂੰ ਛੁਪ ਵੀ ਨਹੀਂ ਸਕਣਾ। ਜਿੱਡੀ ਮਰਜ਼ੀ ਕੋਸ਼ਿਸ਼ ਕਰ ਲਈ, ਤੈਨੂੰ ਉਹਨਾਂ ਨੇ ਜਦੋਂ ਅੰਤ ਵੇਲਾ ਆਉਣਾ, ਤੇਰੇ ਸਵਾਸਾਂ ਦੀ ਪੂੰਜੀ ਖਤਮ ਹੋਣੀ ਹੈ, ਇਸ ਸੰਸਾਰ ਤੋਂ ਲੈ ਜਾਣਾ ਹੈ। ਉਹ ਸਮਾਂ ਆਉਣ ਤੋਂ ਪਹਿਲਾਂ ਤੂੰ ਗੁਰੂ ਦੀ ਗੱਲ ਮੰਨ ਲੈ, ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਅੰਦਰ ਦ੍ਰਿੜ ਕਰ ਲੈ। ਜੋ ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਅੱਜ ਦੇ ਜੋ ਮਹੀਨੇ ਦਾ ਸ਼ਬਦ ਹੈ, ਚੇਤ ਮਹੀਨੇ ਦਾ, ਉਸ ਦੇ ਅੰਦਰ ਕਿ ਚੇਤ ਗੋਬਿੰਦ ਅਰਾਧੀਐ ਹੋਵੈ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਕਿ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਜਪ, ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੀ ਸਿਫਤ ਸਲਾਹ ਕਰ, ਗੁਰੂ ਦਾ ਹੁਕਮ ਮੰਨ। ਤੇ ਗੁਰੂ ਦਾ ਹੁਕਮ ਕੀ ਹੈ ਸਾਡੇ ਵਾਸਤੇ, ਗੁਰੂ ਦਾ ਉਪਦੇਸ਼ ਸਾਡੇ ਵਾਸਤੇ ਕੀ ਹੈ, ਉਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਕੇ ਗਏ ਹਨ ਕਿ ਜੇ ਤੁਸੀਂ ਮੇਰੇ ਧੀਆਂ ਪੁੱਤਰ ਅਖਵਾਉਣਾ ਚਾਹੁੰਦੇ ਹੋ, ਜੇ ਤੁਸੀਂ ਮੇਰੇ ਪਿਆਰੇ ਬਣਨੇ ਚਾਹੁੰਦੇ ਹੋ, ਤੇ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰੋ। ਪੀਵੋ ਪਾਹੁਲ ਖੰਡ ਧਾਰ, ਹੋਏ ਜਨਮ ਸੁਹੇਲਾ। ਜਨਮ ਸਾਡਾ ਸੁਹੇਲਾ, ਜਨਮ ਸਾਡਾ ਸਫਲਿਆ ਤਾਂ ਹੋਵੇਗਾ ਜੇ ਅਸੀਂ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਾਂਗੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜੋ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਗੁਰੂ ਦੀ ਸ਼ਰਨ ਚਲਿਆ ਜਾ, ਗੁਰੂ ਦੀ ਸੰਗਤ ਦੇ ਵਿੱਚ ਜਾ ਕੇ ਜੁੜ ਬੈਠ, ਗੁਰੂ ਦਾ ਉਪਦੇਸ਼ ਮੰਨ, ਉੱਥੇ ਬੈਠ ਕੇ ਹੀ ਤੂੰ ਆਪਣੀ ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਕਿਵੇਂ ਜਪਣਾ ਹੈ, ਪਰਮਾਤਮਾ ਦੀ ਸਿਫਤ ਸਲਾਹ ਕਿਸ ਤਰੀਕੇ ਦੇ ਨਾਲ ਕਰਨੀ ਹੈ, ਆਪਣੇ ਜੀਵਨ ਨੂੰ ਕਿਵੇਂ ਨਿਰਮਲ ਕਰਨਾ ਹੈ, ਇਹ ਤੈਨੂੰ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਹੀ ਪਤਾ ਲੱਗਣਾ ਹੈ। ਤੇ ਇਸ ਕਰਕੇ ਜਦੋਂ ਅਸੀਂ ਇਹ ਗੱਲਾਂ ਸਾਰੀਆਂ ਨਿਤ ਪ੍ਰਤੀ ਸੁਣਦੇ ਹਾਂ, 3 ਦਿਨਾਂ ਤੋਂ ਕਥਾ ਕੀਰਤਨ ਦੇ ਦੀਵਾਨ ਵੀ ਚੱਲ ਰਹੇ ਹਨ, ਤੇ ਅਸੀਂ ਸੁਣੀ ਵੀ ਜਾ ਰਹੇ ਹਾਂ ਜੋ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਪਦੇਸ਼ ਕੀਤਾ ਹੈ ਕਿ ਨਿਸ ਦਿਨ ਸੁਣ ਕੈ ਪੁਰਾਨ ਸਮਝਤ ਨਹਿ ਰੇ ਅਜਾਨ। ਅਸੀਂ ਫਿਰ ਵੀ ਇਆਣਾਪਨ ਦਿਖਾ ਰਹੇ ਹਾਂ, ਫਿਰ ਵੀ ਅਸੀਂ ਗੁਰੂ ਤੋਂ ਬੇਮੁਖ ਹੋ ਕੇ ਬੈਠੇ ਹਾਂ, ਫਿਰ ਵੀ ਅਸੀਂ ਖੰਡੇ ਬਾਟੇ ਦੀ ਪੌਲ ਨਹੀਂ ਲੈ ਰਹੇ, ਤੇ ਫਿਰ ਸਾਡੇ ਉੱਤੇ ਗੁਰੂ ਦੀ ਕਿਰਪਾ ਕਿਸ ਤਰੀਕੇ ਵਰਤੇਗੀ। ਫਿਰ ਅਸੀਂ
ਗੁਰੂ ਦੇ ਸਿੱਖ, ਗੁਰੂ ਦੇ ਧੀਆਂ ਪੁੱਤਰ ਕਿਸ ਮੂੰਹ ਦੇ ਨਾਲ ਅਖਵਾਵਾਂਗੇ ਕਿ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਘੁੱਥਾ ਜਾਏ, ਕਿ ਅਸੀਂ ਗੁਰੂ ਗੁਰੂ ਵੀ ਕਹੀ ਜਾਣਾ ਤੇ ਗੁਰੂ ਦਾ ਬਚਨ ਵੀ ਨਹੀਂ ਮੰਨਣਾ। ਸਲਾਮਾਂ ਵੀ ਕਰੀ ਜਾਣੀਆਂ ਤੇ ਅੱਗੋਂ ਜਿਹੜਾ ਗੁਰੂ ਨੇ ਉਪਦੇਸ਼ ਕਰਨਾ ਉਸ ਨੂੰ ਅਸੀਂ ਮੋੜੀ ਵੀ ਜਾਣਾ, ਜਵਾਬ ਵੀ ਦੇਈ ਜਾਣਾ। ਫਿਰ ਗੁਰੂ ਦੀ ਕਿਰਪਾ ਕਿਵੇਂ ਵਰਤੇਗੀ? ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਤੇ ਉਪਦੇਸ਼ ਹੈ ਕਿ ਜੋ ਗੁਰੂ ਦਾ ਉਪਦੇਸ਼ ਹੈ ਉਸ ਨੂੰ ਸਤ ਕਰਕੇ ਆਪਣੇ ਜੀਵਨ ਦੇ ਅੰਦਰ ਮੰਨਣਾ ਹੈ। ਜੋ ਗੁਰੂ ਦੀ ਸਾਡੇ ਵਾਸਤੇ ਸਿੱਖਿਆ ਹੈ, ਜੋ ਗੁਰਬਾਣੀ ਦੀ ਸਾਡੇ ਵਾਸਤੇ ਸਿੱਖਿਆ ਹੈ, ਉਸ ਨੂੰ ਆਪਣੇ ਜੀਵਨ ਦੇ ਅੰਦਰ ਦ੍ਰਿੜ ਕਰਨਾ ਹੈ, ਉਸ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨਾ ਹੈ। ਤੇ ਜੇ ਅਸੀਂ ਗੁਰੂ ਦੀ ਸਿੱਖਿਆ ਨੂੰ, ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਹੀ ਨਹੀਂ ਕੀਤਾ, ਫਿਰ ਸਾਡਾ ਮੱਥਾ ਟੇਕਿਆ ਜਾਂ ਗੁਰੂ ਗੁਰੂ ਕਿਹਾ ਕਿਸੇ ਵੀ ਅਰਥ ਨਹੀਂ ਆਉਣ ਵਾਲਾ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਅਸੀਂ 400ਵਾਂ ਪ੍ਰਕਾਸ਼ ਪੁਰਬ ਦਿਹਾੜਾ ਮਨਾ ਰਹੇ ਹਾਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਕਿ ਭਾਈ ਨਿਸ ਦਿਨ ਸੁਣ ਕੇ ਪ੍ਰਾਨ ਨਿਤਾ ਪ੍ਰਤੀ ਧਾਰਮਿਕ ਗ੍ਰੰਥਾਂ ਦੀਆਂ ਕਥਾ ਕਹਾਣੀਆਂ ਸਿੱਖਿਆਵਾਂ ਸੁਣ ਕੇ ਵੀ ਜੇ ਤੂੰ ਉਹਨਾਂ ਦੇ ਉੱਤੇ ਅਮਲ ਨਾ ਕੀਤਾ, ਜੇ ਉਹਨਾਂ ਦੇ ਉੱਤੇ ਤੂੰ ਪਹਿਰਾ ਨਾ ਦਿੱਤਾ, ਫਿਰ ਤੇਰਾ ਜੀਵਨ ਹਜੇ ਨਿਆਣਪੁਣੇ ਦੇ ਵਿੱਚ ਹੈ, ਅਜਾਨ ਹੈ, ਜਿਸ ਨੂੰ ਅਜੇ ਤੱਕ ਸੋਝ ਹੀ ਨਹੀਂ ਪਈ। ਸੁਣਦਾ ਰੋਜ਼ ਹੈ ਪਰ ਮੰਨਦਾ ਨਹੀਂ। ਜਿੰਨਾ ਚਿਰ ਅਸੀਂ ਮੰਨਾਂਗੇ ਨਹੀਂ ਉਨਾ ਚਿਰ ਸਾਡੇ ਜੀਵਨ ਦੇ ਅੰਦਰ ਬਦਲਾਅ ਨਹੀਂ ਆ ਸਕਦਾ, ਉਨਾ ਚਿਰ ਸਾਨੂੰ ਆਤਮਿਕ ਆਨੰਦ ਦੀ ਜਿਹੜੀ ਦਾਤ ਹੈ ਉਹ ਪ੍ਰਾਪਤ ਨਹੀਂ ਹੋ ਸਕਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਡੇ ਸਾਰਿਆਂ ਦੇ ਕਿਰਪਾ ਕਰਨ, ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦੀ ਪੌਲ ਨਹੀਂ ਲਈ, ਜਿਨ੍ਹਾਂ ਨੇ ਅਜੇ ਤੱਕ ਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਨਹੀਂ ਮੰਨਿਆ, ਉਪਦੇਸ਼ ਨਹੀਂ ਮੰਨਿਆ, ਉਹ ਅੱਜ ਹੀ ਆਪਣਾ ਮਨ ਬਣਾ ਲਓ। ਅੱਜ ਹੀ ਆਪਣੇ ਮਨ ਦੇ ਅੰਦਰ ਝਾਤੀ ਮਾਰ ਲਓ ਕਿ ਅਸੀਂ ਕਿੱਥੇ ਖੜੇ ਹਾਂ। ਕਿਤੇ ਅਜੇ ਵੀ ਵਿਚਾਰਾਂ ਹੀ ਤੇ ਨਹੀਂ ਕਰੀ ਜਾਂਦੇ ਕਿ ਮੇਰੇ ਬੱਚੇ ਦਾ ਵਿਆਹ ਹੋਵੇਗਾ ਤੇ ਉਸ ਤੋਂ ਬਾਅਦ ਮੈਂ ਜਾ ਕੇ ਅੰਮ੍ਰਿਤ ਛਕਾਂਗਾ, ਜਾਂ ਕੁਝ ਸਮਾਂ ਹੋਰ ਹਜੇ ਉਡੀਕ ਕਰ ਲਵਾਂ ਫਿਰ ਮੈਂ ਜਾ ਕੇ ਅੰਮ੍ਰਿਤ ਛਕਾਂਗਾ। ਤੇ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਤੇ ਫਰਮਾਨ ਹੈ ਕਿ ਜਿਹੜਾ ਸਾਡਾ ਆਉਣ ਵਾਲਾ ਸਵਾਸ ਹੈ ਉਹ ਆਵੇਗਾ ਕਿ ਨਹੀਂ ਆਵੇਗਾ ਸਾਨੂੰ ਤੇ ਇਹ ਹੀ ਨਹੀਂ ਪਤਾ। ਅਸੀਂ ਬੱਚੇ ਦਾ ਵਿਆਹ ਕਰਨ ਤੋਂ ਬਾਅਦ ਜਾ ਕੇ ਅੰਮ੍ਰਿਤ ਛਕਣ ਦੀਆਂ ਗੱਲਾਂ ਕਰਦੇ ਹਾਂ। ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ। ਇੱਕ ਦਮ ਦੇ ਇੱਕ ਸਾਹ ਦੇ ਅਸੀਂ ਪਰਾਉਣੇ ਹਾਂ, ਅਗਲਾ ਸਾਹ ਆਉਣਾ ਜਾਂ ਨਹੀਂ ਆਉਣਾ ਇਹ ਸਾਨੂੰ ਪਤਾ ਹੀ ਨਹੀਂ। ਤੇ ਅਸੀਂ ਗੱਲਾਂ ਕਰਦੇ ਹਾਂ ਆਉਣ ਵਾਲੇ 10 ਸਾਲ ਦੀਆਂ ਕਿ ਬੱਚੇ ਦਾ ਵਿਆਹ ਹੋਵੇਗਾ ਤੇ ਉਸ ਤੋਂ ਬਾਅਦ ਜਾ ਕੇ ਮੈਂ ਗੁਰੂ ਦਾ ਹੁਕਮ ਮੰਨਾਂਗਾ। ਇਸ ਤਰੀਕੇ ਦੇ ਨਾਲ ਸਾਨੂੰ ਗੁਰੂ ਦੀਆਂ ਅਸੀਸਾਂ, ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਨਹੀਂ ਹੋਣੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਡੇ ਸਾਰਿਆਂ ਤੇ ਕਿਰਪਾ ਕਰਨ। ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਉਹ ਅੱਜ ਖੰਡੇ ਬਾਟੇ ਦੀ ਪੌਲ ਤਿਆਰ ਹੋ ਰਹੀ ਹੈ। ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰੀਏ, ਅੰਮ੍ਰਿਤਧਾਰੀ ਬਣੀਏ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਹੁਕਮਾਂ ਨੂੰ ਮੰਨੀਏ ਤੇ ਜੋ ਗੁਰਬਾਣੀ ਦਾ ਫਰਮਾਨ ਹੈ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਅਸੀਂ ਫਰਮਾਨ ਸਾਂਝਾ ਕੀਤਾ ਹੈ। ਚੇਤ ਮਹੀਨੇ ਦਾ ਸ਼ਬਦ ਅਸੀਂ ਆਪ ਰਲ ਮਿਲ ਕਰਕੇ ਸਾਂਝੀਆਂ ਕੀਤੀਆਂ ਹਨ। ਗੁਰੂ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ, ਉਹਨਾਂ ਸਿੱਖਿਆਵਾਂ ਨਾਲ ਸਾਡੇ ਜੀਵਨ ਦੇ ਉੱਤੇ ਅਸਰ ਹੋਵੇ। ਅਸੀਂ ਗੁਰੂ ਕੇ ਖਾਲਸੇ ਬਣੀਏ, ਗੁਰੂ ਕੇ ਧੀਆਂ ਪੁੱਤਰ ਬਣੀਏ ਤੇ ਸਾਡਾ ਜਿਹੜਾ ਜੀਵਨ ਹੈ ਉਹ ਨਿਰਮਲ ਹੋ ਜਾਵੇ। ਸਾਡਾ ਜੀਵਨ ਇਸ ਤਰੀਕੇ ਦੇ ਨਾਲ ਨਾ ਰਹੇ ਕਿ ਨਿਗੁਰੇ ਕਾ ਹੈ ਨਾਉ ਬੁਰਾ। ਨਿਗੁਰੇ ਬੰਦੇ ਦਾ ਤੇ ਨਾਂ ਲੈਣਾ ਵੀ ਬੁਰਾ ਮੰਨਿਆ ਜਾਂਦਾ ਹੈ ਗੁਰਬਾਣੀ ਦੇ ਅਨੁਸਾਰ। ਤੇ ਜੇ ਅਸੀਂ ਖੰਡੇ ਬਾਟੇ ਦੀ ਪੌਲ ਹੀ ਨਾ ਲਈ ਤੇ ਅਸੀਂ ਨਿਗੁਰੇ ਹੀ ਹਾਂ। ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਇੱਕ ਸੂਤਰ ਦੇ ਵਿੱਚ ਪਰੋਇਆ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤੱਕ ਜੋ ਸਿੱਖਿਆਵਾਂ ਸਨ, ਗੁਰੂ ਉਪਦੇਸ਼, ਗੁਰਬਾਣੀ ਦਾ ਉਪਦੇਸ਼, ਉਹਨਾਂ ਸਾਰਿਆਂ ਨੂੰ ਇਕੱਤਰ ਕਰਕੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਤੇ ਕਿ ਹਰ ਗੁਰੂ ਕੇ ਸਿੱਖ ਨੂੰ ਉਪਦੇਸ਼ ਕੀਤਾ ਕਿ ਭਾਈ ਖੰਡੇ ਬਾਟੇ ਦੀ ਪੌਲ ਲੈਣੀ ਹਰ ਇੱਕ ਸਿੱਖ ਦੇ ਵਾਸਤੇ ਜ਼ਰੂਰੀ ਹੈ।
ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਪੂਰਨ ਤੌਰ ਤੇ ਗੁਰੂ ਮੰਨਣਾ ਵੀ ਹਰ ਇੱਕ ਸਿੱਖ ਦਾ ਫਰਜ਼ ਹੈ। ਅਸੀਂ ਦੋਨਾਂ ਫਰਜ਼ਾਂ ਤੋਂ ਜੇ ਅਜੇ ਅਵੇਸਲੇ ਹਾਂ ਤੇ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਆਪਣੇ ਅੰਦਰ ਝਾਤੀ ਮਾਰੀਏ, ਆਪਣੇ ਅੰਦਰ ਖੋਜੀਏ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਮਨ ਦੀਆਂ ਔਕੜਾਂ ਤੋਂ, ਮਨ ਦੀ ਭਟਕਣਾ ਤੋਂ, ਵਿਸ਼ਿਆਂ ਵਿਕਾਰਾਂ ਦੇ ਵਿੱਚ ਗਲਤਾਨ ਹੋਣ ਤੋਂ ਬਚਣ ਦੇ ਵਾਸਤੇ ਅਸੀਂ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰੀਏ ਤੇ ਗੁਰਬਾਣੀ ਦੇ ਲੜ ਲਾ ਕੇ ਆਪਣਾ ਜਿਹੜਾ ਮਨੁੱਖਾ ਜਨਮ ਹੈ ਉਹ ਸਫਲਿਆਂ ਕਰ ਲਈਏ। ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਬੇਨਤੀ ਹੈ ਕਿ ਜਿਨ੍ਹਾਂ ਨੇ ਵੀ ਅੰਮ੍ਰਿਤ ਨਹੀਂ ਛਕਿਆ ਉਹ ਜ਼ਰੂਰ ਆਪਣਾ ਨਾਮ ਲਿਖਾਓ। ਪਿੱਛੇ ਨਾਮ ਲਿਖਣੇ ਸ਼ੁਰੂ ਹੋ ਗਏ ਹਨ। ਆਪਣੇ ਨਾਮ ਲਿਖਵਾ ਕੇ ਕਕਾਰ ਪ੍ਰਾਪਤ ਕਰਕੇ ਖਾਲਸੇ ਸਜਣ ਦੇ ਵਾਸਤੇ ਤਿਆਰੀ ਕਰੋ ਜੀ। ਸਮੂਹ ਸਾਧ ਸੰਗਤ ਨੂੰ ਨਵੇਂ ਸੰਮਤ ਦੀਆਂ ਬੇਅੰਤ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਇਹ ਸਨ ਅਤੀ ਸਨਮਾਨਯੋਗ ਸਤਿਕਾਰਯੋਗ ਗਿਆਨੀ ਮਾਨ ਸਿੰਘ ਜੀ, ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਿਆਲਬੰਦ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਿਦਵਾਨ ਸੱਜਣ ਨੇ, ਮਹਾਰਾਜ ਦੀ ਇਹਨਾਂ ਤੇ ਕਿਰਪਾ ਹੈ ਔਰ ਹਮੇਸ਼ਾ ਬਣੀ ਰਹੇ। ਐਸੀ ਅਸੀਸ ਸੰਗਤ ਨੇ ਬਖਸ਼ਿਸ਼ ਕਰਨੀ ਹੈ। ਹੁਣ ਆਪ ਜੀ ਦੇ ਸਨਮੁਖ ਜਿਵੇਂ ਰਾਤਰੀ ਦੇ ਦੀਵਾਨ ਵਿੱਚ ਬਚਨ ਹੋ ਗਏ ਸਨ, ਖੁਦ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਦੇ ਕਿ ਫਲਾਈਟ ਹੈ, ਦਿੱਲੀ ਪਹੁੰਚਣਾ ਹੈ। ਸੋ ਉਹਨਾਂ ਵੱਲੋਂ ਕਿ 10:30 ਵਜੇ ਤੱਕ ਦਾਸ ਕੀਰਤਨ ਕਰੇਗਾ। ਸੋ ਜਿੱਥੋਂ ਤੱਕ ਆਵਾਜ਼ ਆ ਰਹੀ ਹੈ, ਸੰਗਤ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ, ਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਜਾਓ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਰਹਿਮਤ ਕਰਨ।